ਕਈ ਕਾਂਗਰਸ ਦੇ ਲੀਡਰ ਜਿਵੇਂ ਸੁਨੀਲ ਜਾਖੜ ਹੈ ਜਾਂ ਮਨੀਸ਼ ਤਿਵਾੜੀ ਨੇ ਜਾਂ ਹੋਰ ਵੀ ਕਈ ਲੀਡਰ ਸੀਨੀਅਰ ਲੀਡਰ ਨੇ ਜਿਹੜੇ ਉਹ ਕਹਿ ਰਹੇ ਆ ਵੀ ਇਹ ਗਲਤ ਹੋਇਆ। ਜਿਹੜਾ ਹੋਇਆ ਉਹ ਮੰਦਭਾਗਾ ਤਾਂ ਹੋਇਆ, ਪਰ ਮੰਦਭਾਗੇ ਪਿੱਛੇ ਸੈਂਟਰਲ ਐਂਡ ਆ ਜਿਹੜੀ ਹੈਗੀ ਹੈ ਰਾਹੁਲ ਤੇ ਕੇਤੂ ਦੀ ਕੈਪਟਨ ਤੇ ਢੀਂਡਸੇ ਦੀ ਇਹ ਜੋੜੀ ਜਿਹੜੀ ਹੈ ਇਹਨਾਂ ਨੇ ਬਿਲਕੁਲ ਇਹ ਚਾਹੁੰਦੇ ਸੀ ਕਿ ਸਾਤੋਂ ਰਾਜ ਭਾਗ ਗਿਆ ਤੇ ਅਸੀਂ ਗਵਰਨਰ ਰੂਲ ਦੀ ਮੰਗ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਦੀ ਤੁਸੀਂ ਗੱਲ ਕੀਤੀ ਕਿ ਲੱਗਦਾ ਤੁਹਾਨੂੰ ਆਉਣ ਵਾਲੇ ਚੋਣਾਂ ਸੱਟ ਮਾਰ ਸਕਦੇ ਆ ਕਾਂਗਰਸ ਨੂੰ? ਕੈਪਟਨ ਤੇ ਢੀਂਡਸਾ ਇਹਨਾਂ ਦਾ ਬੋਰੀਆ ਬਿਸਤਰਾ ਬੰਨ੍ਹਤਾ ਪੰਜਾਬ ਦੀ ਜਨਤਾ ਨੇ, ਇਹ ਕਿਤੇ ਨੇੜੇ ਤੇੜੇ ਵੀ ਨਜ਼ਰ ਨਹੀਂ ਆਉਣਗੇ। ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਮੂੰਹ ਨਹੀਂ ਲਾਉਂਦੇ ਲੋਕ, ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਨ੍ਹਾਂ ਦੇ ਅਸੀਂ ਮੋਢਿਆਂ ਤੇ ਰੱਖ ਕੇ ਚਲਾਈ ਸੀ, ਜਿਹੜੇ ਆਪਣੇ ਨਾਲ ਫਿਰਦੇ ਸੀ ਕੈਪਟਨ ਤੇ ਆ ਢੀਂਡਸਾ, ਉਹਨਾਂ ਦੇ ਪੱਲੇ ਕੱਖ ਨਹੀਂ। PMI ਸੀਗੇ ਕੋਤਾਹੀ ਦਾ ਹੋਇਆ, ਮੁੱਦਾ ਬਹੁਤ ਭਖ ਗਿਆ, ਨੈਸ਼ਨਲ ਲੈਵਲ ਤੇ ਮੁੱਦਾ ਚੱਲ ਰਿਹਾ ਹੈ। ਪੰਜਾਬ ਸਰਕਾਰ ਨੂੰ ਕਾਂਗਰਸ ਨੂੰ ਕਟਘਰੇ ਖੜਾ ਕੀਤਾ ਜਾ ਰਿਹਾ ਹੈਗਾ। ਜਦੋਂ ਅਸੀਂ ਦੇਖਦੇ ਸੀ ਗੁਆਂਢੀ ਸੂਬਿਆਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਘੱਟ ਨੇ ਤਾਂ ਅਸੀਂ ਸੋਚਦੇ ਸੀ ਸਾਡੇ ਪੰਜਾਬ ਵਿੱਚ ਐਵੇਂ ਕਿਉਂ ਨਹੀਂ। ਸਾਨੂੰ ਪਹਿਲਾਂ ਜਾਣਾ ਹੁੰਦਾ ਸੀ ਕਿਤੇ 5 ਵਾਰ ਸੋਚਣਾ ਪੈਂਦਾ ਸੀ ਵੀ ਹਾਂ ਅਸੀਂ ਜਾਣਾ, ਪੈਟਰੋਲ ਦੀ ਕੀਮਤਾਂ ਨੂੰ ਲੈ ਕੇ ਵੀ ਹਾਂ ਜੇਬ ਕੀ ਨਹੀਂ ਦੇਖਦੇ ਸੀ ਵੀ ਯਾਰ ਕਈ ਵਾਰ ਤਾਂ ਜ਼ਰੂਰੀ ਕੰਮ ਵੀ ਛੱਡਣੇ ਪੈ ਜਾਂਦੇ ਸੀ। ਪੈਟਰੋਲ ਦੇ ਰੇਟ ਅਸੀਂ 10 ਰੁਪਏ ਘੱਟ ਕਰ ਰਹੇ ਹਾਂ ਅੱਜ ਹੀ ਰਾਤ ਤੋਂ 10 ਰੁਪਏ 5 ਰੁਪਏ ਡੀਜ਼ਲ ਦੇ ਰੇਟ ਅੱਜ ਤੋਂ ਹੀ ਰਾਤ ਤੋਂ ਅਸੀਂ ਘੱਟ ਕਰ ਦਾਂਗੇ। ਹੋਰ ਸਾਰੀ ਸਰਕਾਰਾਂ ਨੇ ਲਾਰੀ ਲਾਏ ਪਰ ਚੰਨੀ ਸਰਕਾਰ ਨੇ ਸਾਡੇ ਵਾਸਤੇ ਬਹੁਤ ਫਾਇਦੇਮੰਦ ਕਰਿਆ। ਚੰਨੀ ਸਰਕਾਰ ਨੇ ਉਹ ਕਰ ਦਿਖਾਇਆ ਜੋ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ। ਪਿਛਲੇ 70 ਸਾਲਾਂ ਦੇ ਵਿੱਚ ਕਦੇ ਮੈਂ ਸੁਣਿਆ ਨਹੀਂ ਕਿ ਇੰਨਾ ਰੇਟ ਵੀ ਕਦੇ ਘਟਿਆ ਹੋਵੇ। ਇਸ ਕਰਕੇ ਜ਼ਿਮੀਂਦਾਰਾਂ ਨੂੰ ਵਾਧੂ ਫਾਇਦਾ ਹੋ ਰਿਹਾ ਵੀ ਫਸਲਾਂ ਵਧੀਆ ਟਾਈਮ ਨਾਲ ਬੀਜ ਰਹੇ ਔਰ ਵਾਹਵਾਹੀ ਵੀ ਵੱਧ ਕਰ ਰਹੇ ਹੈਗੇ ਨਾਲ। ਸਾਨੂੰ 1000 ਰੁਪਇਆ ਪ੍ਰਤੀ ਡਰਮ ਪਿੱਛੇ ਬਚ ਜਾਂਦਾ ਹੈ, ਹੋਰ ਸਾਨੂੰ ਕੀ ਚਾਹੀਦਾ। ਪਹਿਲਾਂ ਸਰਕਾਰਾਂ ਨੇ ਕਿਸੇ ਨੇ 5 ਪੈਸੇ ਘਟਾਤਾ, ਕਿਸੇ ਨੇ 10 ਪੈਸੇ ਰੁੰਗੇ ਜੇ ਦੇਈ ਜਾਂਦੀ ਸੀ। ਇਹ ਚੰਨੀ ਸਰਕਾਰ ਨੇ ਇੱਕਦਮ ਇੰਨੀ ਕਟੌਤੀ ਕਰਕੇ ਸਾਨੂੰ ਇਸ ਨਾਲ ਹਰੇਕ ਵਰਗ ਨੂੰ ਬਹੁਤ ਫਾਇਦਾ ਹੋਇਆ। ਇਹ ਸਰਕਾਰ ਸਭ ਦੀ ਸਰਕਾਰ ਹੈ, ਆਮ ਲੋਕਾਂ ਦੀ ਸਰਕਾਰ ਹੈ ਔਰ ਮੈਂ ਉਹ ਬੋਲਣਾ ਜੋ ਲੋਕਾਂ ਦੀ ਜ਼ਰੂਰਤ ਹੈ, ਜੋ ਲੋਕਾਂ ਨੂੰ ਲੋੜ ਹੈ, ਜੋ ਆਮ ਆਦਮੀ ਨੂੰ ਚਾਹੀਦਾ ਹੈ। ਅਸੀਂ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ। ਚੰਨੀ ਸਰਕਾਰ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਪੰਜਾਬ ਸਰਕਾਰ, ਆਮ ਲੋਕਾਂ ਦੀ ਸਰਕਾਰ। ਕੋਈ ਉਹਨਾਂ ਨੇ ਇੱਟ ਵੱਟਾ ਮਾਰਿਆ, ਕਿਸੇ ਨੇ ਕੋਈ ਹਮਲਾ ਕਰਨ ਵਾਸਤੇ ਭੱਜ ਕੇ ਪਿੱਛੇ ਪਏ ਲੋਕ, ਕੀ ਹੋਇਆ ਉੱਥੇ? ਅਸੀਂ ਤਾਂ 3 ਰੂਟ ਦਿੱਤੇ ਹੋਏ ਸੀ, ਸਾਡਾ ਰੂਟ ਕਿਉਂ ਛੱਡਿਆ ਗਿਆ? ਇੱਥੋਂ ਦੀ ਕਿਉਂ ਗਏ? ਪੀਐਮ ਜਾਂਦੇ ਤਾਂ ਉਹਨਾਂ ਸਗੋਂ ਫੜਦੇ, ਮਾਨ ਪੱਤਰ ਫੜਦੇ ਜਾਂਦੇ ਉਸ ਤੇ ਡਰ ਕੇ ਕਿਉਂ ਭੱਜੇ? ਕਿਉਂਕਿ ਗੁਨਾਹਗਾਰੀ ਇਹਨਾਂ ਦੀ ਸ਼ਾਬਤ ਹੁੰਦੀ ਹੈ। ਪ੍ਰਧਾਨ ਮੰਤਰੀ ਦੀ ਸਿਕਿਉਰਿਟੀ 'ਚ ਕੋਤਾਹੀ ਹੋਣ ਕਾਰਨ ਭਾਜਪਾ ਲਗਾਤਾਰ ਕਾਂਗਰਸ ਤੇ ਸਿਆਸੀ ਹਮਲੇ ਵੀ ਕਰ ਰਹੀ ਹੈ, ਨਾਲ ਉਹਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਕਿ ਉਹਨਾਂ ਨੇ ਇਹ ਸਭ ਕੁਝ ਜਾਣਬੁੱਝ ਕੇ ਕੀਤਾ। ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਇਸ ਗੱਲ ਦਾ ਨੋਟ ਲਿਆ, ਚਰਨਜੀਤ ਚੰਨੀ ਨੂੰ ਕਿਹਾ ਵੀ ਜਿਹੜੇ ਅਫਸਰ ਨੇ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ। ਸਾਡੇ ਨਾਲ ਨੇ ਸਾਬਕਾ ਪੰਜਾਬ ਦੇ ਮੁੱਖ ਮੰਤਰੀ ਬੀਬੀ ਭੱਠਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹ ਕਿਵੇਂ ਦੇਖਦੇ ਸਾਰੀ ਘਟਨਾ ਨੂੰ ਤੇ ਬੀਜੇਪੀ ਦੇ ਸਿਆਸੀ ਹਮਲਿਆਂ ਨੂੰ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਤੁਹਾਨੂੰ ਪਤਾ ਵੀ PMI ਸੀਗੇ ਕੋਤਾਹੀ ਦਾ ਹੋਇਆ, ਮੁੱਦਾ ਬਹੁਤ ਭਖ ਗਿਆ, ਨੈਸ਼ਨਲ ਲੈਵਲ ਤੇ ਮੁੱਦਾ ਚੱਲ ਰਿਹਾ ਹੈ। ਪੰਜਾਬ ਸਰਕਾਰ ਨੂੰ ਕਾਂਗਰਸ ਨੂੰ ਕਟਘਰੇ ਖੜਾ ਕੀਤਾ ਜਾ ਰਿਹਾ ਹੈਗਾ। ਤੁਸੀਂ ਕਿਵੇਂ ਦੇਖਦੇ ਹੋ ਸਾਰੀ ਘਟਨਾ ਨੂੰ? ਦੇਖੋ, ਇਹ ਜਿਹੜਾ ਮੁੱਦਾ ਭਖਿਆ ਹੈ ਜਾਂ ਭਖਾਇਆ ਜਾ ਰਿਹਾ ਹੈ, ਇਹਦੇ ਪਿੱਛੇ ਪੂਰੀ ਸਿਆਸਤ ਚੱਲ ਰਹੀ ਹੈ ਕਿਉਂਕਿ ਇਲੈਕਸ਼ਨਾਂ ਨੇੜੇ ਹੈਗੀਆਂ। ਕੀ ਮੈਂ ਸਵਾਲ ਕਰਨਾ ਚਾਹੁੰਦੀ ਹਾਂ, ਇਹ ਮੁੱਦਾ ਭਖਾਉਣ ਵਾਲੀ ਜਾਂ ਇਹਦੇ ਤੇ ਜਿਹੜੇ ਐਕਸ਼ਨ ਰਾਸ਼ਟਰਪਤੀ ਤੱਕ ਜਾਣਾ ਜਾਂ ਹੋਰ ਸਾਰੇ ਐਕਸ਼ਨ ਜੋ ਕਰ ਰਹੀ ਹੈ ਸਰਕਾਰ, ਕੀ ਇਸ ਤੋਂ ਪਹਿਲਾਂ ਨਹੀਂ ਕਦੇ ਇਸ ਤਰ੍ਹਾਂ ਦਾ ਇੰਸੀਡੈਂਟ ਵਾਪਰਿਆ ਭਾਰਤ ਦੇ ਵਿੱਚ? ਕੀ ਜਵਾਬ ਦੇਣਗੇ ਆਪਣੇ ਮੋਦੀ ਜੀ ਜਾਂ ਅਮਿਤ ਸ਼ਾਹ ਜੀ ਜਾਂ ਇਹਨਾਂ ਦਾ ਕੋਈ ਹੋਰ ਬੀਜੇਪੀ ਦਾ ਕਿ ਜਿਸ ਵਕਤ 2009 ਦੇ ਵਿੱਚ ਗੁਜਰਾਤ ਦੇ ਵਿੱਚ ਦੈਨ ਪ੍ਰਾਈਮ ਮਿਨਿਸਟਰ ਸਰਦਾਰ ਮਨਮੋਹਨ ਸਿੰਘ ਜੀ ਗਏ ਸੀ, ਉਹਨਾਂ ਦੇ ਨਾਲ ਕਿਹੋ ਜਿਹਾ ਮਾਨ ਸਨਮਾਨ ਹੋਇਆ ਸੀ, ਕਿਹੋ ਜਿਹਾ ਨਾਲ ਆਪਣਾ ਦੁਰਵਿਵਹਾਰ ਹੋਇਆ ਸੀ? ਅਸੀਂ ਤਾਂ ਨਾ ਸੁਪਰੀਮ ਕੋਰਟ 'ਚ ਗਏ ਤੇ ਨਾ ਅਸੀਂ ਮੁੱਦਾ ਵਿਖਾਇਆ, ਨਾ ਸਾਰੀਆਂ ਅਸੀਂ ਏਜੰਸੀਆਂ ਲਾਈਆਂ ਉਹਨੂੰ ਪ੍ਰਚਾਰਨ ਵਾਸਤੇ। ਕਈ ਥਾਵਾਂ ਤੇ ਹੋਰ ਇਸ ਤੋਂ ਪਹਿਲਾਂ ਮੋਦੀ ਜੀ ਨੂੰ ਆਪਣੀ ਸਪੀਚ ਵਿਚਾਲੇ ਛੱਡ ਕੇ ਭੱਜਣਾ ਪਿਆ ਸੀ ਕਈ ਸਟੇਟਾਂ ਵਿੱਚ। ਕਿ ਉਸ ਵਕਤ ਨਹੀਂ ਸੀ ਇਹ ਕੋਈ ਮਾਮਲਾ ਆਇਆ ਵਾ? ਅੱਜ ਕਿਹੜੀ ਗੱਲ ਹੋਈ ਹੈ? ਅੱਜ ਸਿਰਫ ਇਹ ਹੈਗਾ ਕਿ ਮੋਦੀ ਜੀ ਪੰਜਾਬ ਆਏ ਨੇ, ਇੱਥੇ ਆ ਕੇ ਉਹਨਾਂ ਨੂੰ 10 ਮਿੰਟ ਇੱਕ ਸੜਕ ਦੇ ਉੱਤੇ ਜਿਹੜੇ ਗਲਤ ਰਾਹ ਆਪ ਹੀ ਗਏ ਨੇ, ਸਾਡੇ 3 ਰਾਹ ਦਿੱਤੇ ਵੀ ਸਾਡੀ ਸਟੇਟ ਸਿਕਿਉਰਿਟੀ ਦੇ, ਜਿਹੜੇ ਰਾਹ ਤੇ ਗਏ ਨੇ ਉਸ ਰਾਹ ਤੇ ਇਹਨਾਂ 10-20 ਮਿੰਟ ਰੁਕਣਾ ਪੈ ਗਿਆ। ਕਿਸੇ ਨੇ ਕੋਈ ਉਸ ਥਾਂ ਤੇ ਕੋਈ ਉਹਨਾਂ ਨੇ ਇੱਟ ਵੱਟਾ ਮਾਰਿਆ, ਕਿਸੇ ਨੇ ਕੋਈ ਹਮਲਾ ਕਰਨ ਵਾਸਤੇ ਭੱਜ ਕੇ ਪਿੱਛੇ ਪਏ ਲੋਕ, ਕੀ ਹੋਇਆ ਉੱਥੇ? ਕੁਝ ਵੀ ਨਹੀਂ ਹੋਇਆ।
ਡੈਮੋਕ੍ਰੈਟਿਕ ਤੌਰ ਤੇ ਜੇ ਕੋਈ ਉਸ ਬਲਾਕ ਦੇ ਉੱਤੇ ਸੜਕ ਦੇ ਉੱਤੇ ਪਹਿਲਾਂ ਹੀ ਬੈਠੇ ਸੀ ਲੋਕ, ਜਿਹੜਾ ਸਾਡਾ ਹੱਕ ਹੈਗਾ, ਅਸੀਂ ਵੀ ਜਾਣਦੇ ਹਾਂ, ਸਾਰਿਆਂ ਥਾਵਾਂ ਤੇ ਬੈਠੇ ਹੁੰਦੇ ਅੰਦੋਲਨਕਾਰੀ, ਔਰ ਮੇਰੇ ਖਿਆਲ 1.5 ਸਾਲ ਤੱਕ ਦਿੱਲੀ ਦੀਆਂ ਬਰੂਹਾਂ ਤੇ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਆਏ ਨੇ ਸਾਡੇ ਅੰਦੋਲਨਕਾਰੀ। ਇਹਨਾਂ ਦੇ ਮੰਤਰੀ ਗੱਲਾਂ ਬਾਤਾਂ ਕਰਨ ਆਉਂਦੇ ਸੀਗੇ, ਮਿਲਦੇ ਸੀਗੇ, ਤੇ ਉਸ ਗੱਲ ਦੇ ਉੱਤੇ ਇਹਨਾਂ ਨੇ ਆਪ ਉਸ ਰਸਤੇ ਵੱਲ ਪਾਇਆ, ਤੇ ਸਾਡੇ ਤਾਂ ਅਲਟਰਨੇਟਿਵ 2 ਹੋਰ ਦਿੱਤੇ ਵੀ ਸੀ, ਉਸ ਰਸਤੇ ਪਾ ਲੈਂਦੇ ਜੇ ਰਸਤਾ ਬਲੌਕ ਸੀਗਾ। ਇਹਨੂੰ ਇਹ ਇਸ਼ੂ ਕਿਉਂ ਬਣਾਇਆ ਜਾ ਰਿਹਾ ਹੈ, ਕਿਉਂ ਸਟੇਟ ਦੇ ਜਿੰਮੇ ਪਾਇਆ ਜਾ ਰਿਹਾ ਹੈ, ਕਿਉਂ ਇਸ ਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ? ਦਿਸ ਇਜ਼ ਵੈਰੀ ਅਨਫੋਰਚੂਨੇਟ। ਜਿੱਥੇ ਤੱਕ ਮੈਂ ਸਮਝਦੀ ਹੈਗੀ ਆ, ਜੋ ਮੈਨੂੰ ਲੱਗਦਾ ਹੈ ਸਟੇਟ ਏਜੰਸੀਆਂ ਦੇ ਉੱਪਰ ਉਹਨਾਂ ਦਾ ਕੋਈ ਕਸੂਰ ਨਹੀਂ, ਕਿਉਂਕਿ ਸਟੇਟ ਏਜੰਸੀ ਜਦੋਂ ਵੀ ਕੋਈ ਨੈਸ਼ਨਲ ਲੀਡਰ ਆਉਂਦਾ ਹੈ, ਹੋਮ ਮਿਨਿਸਟਰ ਹੋਵੇ, ਪ੍ਰਾਈਮ ਮਿਨਿਸਟਰ ਹੋਵੇ, ਉਹਦੇ ਵਾਸਤੇ ਜਿਹੜਾ ਕੰਟਰੋਲ ਹੈ ਉਹ ਸਾਰਾ ਨੈਸ਼ਨਲ ਏਜੰਸੀਆਂ ਦੇ ਹੱਥ ਵਿੱਚ ਹੁੰਦਾ ਹੈਗਾ। ਉਹਦੇ ਵਿੱਚ ਚਾਹੇ ਉਹ ਐਸਪੀਜੀ ਹੈ, ਚਾਹੇ ਕੋਈ ਵੀ ਹੋਰ 8-7 ਹੈਗੀਆਂ ਇਹਨਾਂ ਦੀਆਂ, ਉਹ ਚਿੜੀ ਨਹੀਂ ਫਟਕਣ ਦਿੰਦੇ। ਈਵਨ ਸਟੇਟ ਦਾ ਜੇ ਉਹਨਾਂ ਦੀ ਲਿਸਟ ਤੋਂ ਬਾਹਰ ਕੋਈ ਪ੍ਰਾਈਮ ਮਿਨਿਸਟਰ ਵੀ ਹੈ, ਮਿਨਿਸਟਰ ਹੈ, ਕੋਈ ਹੋਰ ਵੀ ਹੈ, ਉਹਨਾਂ ਨੂੰ ਵੀ ਉਹਦੇ ਵਿੱਚ ਐਂਟਰ ਨਹੀਂ ਹੋਣ ਦਿੰਦੇ ਜਦ ਤੱਕ ਉਹਨਾਂ ਦੇ ਉੱਤੋਂ ਅਪਰੂਵਲ ਨਹੀਂ ਮਿਲ ਜਾਂਦੀ। ਤੀਜੀ ਚੀਜ਼ ਮੈਂ ਇਹ ਪੁੱਛਦੀ ਹੈਗੀ ਆ ਕਿ ਇਹਦੇ 'ਚ ਕੋਤਾਹੀ ਸਾਨੂੰ ਕਹਿਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ ਕਿ ਭਾਰਤ ਦੇ ਇਹਨਾਂ ਦੇ ਜਿਹੜਾ ਹੈਗਾ ਸੀ ਵੈਦਰ ਦਾ ਬਣਿਆ ਵਾ, ਇਹਨਾਂ ਦਾ ਮਹਿਕਮਾ ਬਣਿਆ, ਉਹਨਾਂ ਨੇ 4 ਦਿਨ ਪਹਿਲਾਂ ਤੋਂ ਕਹਿਤਾ ਸੀ ਕਿ ਇਹਨਾਂ ਦਿਨਾਂ 'ਚ ਬੇਹੱਦ ਬਾਰਿਸ਼ ਹੋਣੀ ਹੈਗੀ ਹੈ, ਕਿ ਉਹਨੂੰ ਇਗਨੋਰ ਕਰਨਾ, ਉਹਨੂੰ ਅਣਦੇਖੀ ਕਰਨਾ, ਇਹ ਇਹਨਾਂ ਦੀ ਆਪਣੀ ਕੋਤਾਹੀ ਨਹੀਂ ਹੈ, ਇਹਨਾਂ ਦੇ ਅਰੇਂਜ ਕਰਨ ਵਾਲੇ ਬੀਜੇਪੀ ਦੀ ਸਰਕਾਰ ਦੀ ਕੋਤਾਹੀ ਨਹੀਂ ਹੈ ਕਿ ਉਹੀ ਦਿਨ ਕਿਉਂ ਚੁਣਿਆ ਜਦੋਂ ਪਤਾ ਸੀ ਕਿ ਬੇਸ਼ੁਮਾਰ ਬਾਰਿਸ਼ ਹੋਣੀ ਹੈਗੀ ਹੈ। ਫਿਰ ਉਸ ਤੋਂ ਪਹਿਲਾਂ ਜਿਹੜੀਆਂ ਇਹਨਾਂ ਦੀਆਂ 5-7 ਏਜੰਸੀਆਂ ਉਹ ਤਕਰੀਬਨ ਹਫ਼ਤਾ 10 ਦਿਨ ਪਹਿਲਾਂ ਰੈਕੀ ਕਰਦੀਆਂ, ਕੀ ਉਹਨਾਂ ਨੂੰ ਉਸ ਰੈਕੀ ਵਿੱਚ ਪਤਾ ਨਹੀਂ ਸੀ ਕਿ ਪੰਜਾਬ ਦੇ ਕਿਸਾਨ ਜਿਨ੍ਹਾਂ ਦੇ ਨਾਲ ਵਾਅਦਾ ਕਰਕੇ ਮੁੱਕਰੇ ਆ ਮੋਦੀ ਜੀ, ਇੱਕ ਤਾਂ ਪੂਰਾ ਕਰਤਾ ਕਿ 3 ਕਾਨੂੰਨ ਵਾਪਸ ਲੈ ਲਏ ਤੇ ਤਾਂ ਕਿ ਅਸੀਂ ਆਪਣੀਆਂ ਬਰੂਹਾਂ ਖਾਲੀ ਕਰਾ ਲਈਏ, ਉਹ ਵੀ ਇਲੈਕਸ਼ਨ ਨੂੰ ਸਾਹਮਣੇ ਦੇਖ ਕੇ, ਬਾਕੀ ਸਾਰੀਆਂ ਕਿਵੇਂ 2 ਮਹੀਨੇ ਹੋ ਗਏ ਉੱਥੇ ਦੀ ਉੱਥੇ ਪਈਆਂ। ਕੀ ਇਹਨਾਂ ਨੂੰ ਪਤਾ ਨਹੀਂ ਸੀ ਕਿ ਕਿਸਾਨਾਂ ਦੇ ਜ਼ਖਮ ਅੱਲੇ ਹੈਗੇ ਨੇ? ਕੀ ਇਹਨਾਂ ਨੂੰ ਪਤਾ ਨਹੀਂ ਸੀ ਕਿ ਕਹਿ ਕੇ ਮੁੱਕਰੇ ਆ ਕਿ ਜਿਹੜੇ 700 ਤੋਂ ਵੱਧ ਸਾਡੇ ਕਿਸਾਨ ਭਰਾ ਸ਼ਹੀਦ ਹੋਏ ਨੇ ਉਹਨਾਂ ਦੇ ਉੱਤੇ ਕੋਈ ਇਹਨਾਂ ਨੇ ਇਨਕੁਆਇਰੀ ਜਾਂ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ? ਕੀ ਇਹਨਾਂ ਨੇ ਕਿਸੇ ਥਾਂ ਤੇ ਜਿਹੜੇ ਸਾਡੇ ਝੂਠੇ ਬਣੇ ਲੋਕਾਂ ਕਿਸਾਨਾਂ ਦੇ ਕੇਸ ਵਾਪਸ ਲਏ? ਕੀ ਐਮਐਸਪੀ ਦਾ ਮਾਲ ਜਿਹੜਾ ਕਹਿੰਦੇ 2-3 ਹਫ਼ਤੇ ਚ ਹੱਲ ਹੋ ਜੂ ਹੋਇਆ? ਜੇ ਕੋਈ ਵੀ ਇਹਨਾਂ ਨੇ ਵਾਅਦਾ ਪੂਰਾ ਨਹੀਂ ਕੀਤਾ, ਝੂਠੀਆਂ ਕਿ ਆਏ ਹੋਣਾ ਸੀ, ਆਹ ਦੇਣਾ ਸੀ, ਇਹਨਾਂ ਗੱਲਾਂ ਵਿੱਚ ਕੋਈ ਤੰਤ ਨਹੀਂ। ਇਹ ਹਵਾਈ ਕਿਲੇ ਸਾਰ ਰਹੇ ਨੇ ਔਰ ਆਪਣੇ ਗੁਨਾਹਾਂ ਨੂੰ, ਆਪਣੀ ਬਦਨਾਮੀ ਨੂੰ ਛੁਪਾਉਣ ਵਾਸਤੇ ਸਟੇਟ ਦੇ ਜਿੰਮੇ ਗੱਲਾਂ ਪਾ ਰਹੇ ਨੇ ਜਿਹਦੇ ਚ ਕੋਈ ਸੱਚਾਈ ਨਹੀਂ। ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਮੂੰਹ ਨਹੀਂ ਲਾਉਂਦੇ ਲੋਕ, ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਨ੍ਹਾਂ ਦੇ ਅਸੀਂ ਮੋਢਿਆਂ ਤੇ ਰੱਖ ਕੇ ਚਲਾਈ ਸੀ, ਜਿਹੜੇ ਆਪਣੇ ਨਾਲ ਫਿਰਦੇ ਸੀ ਕੈਪਟਨ ਤੇ ਆ ਢੀਂਡਸਾ, ਉਹਨਾਂ ਦੇ ਪੱਲੇ ਕੱਖ ਨਹੀਂ। ਤੇ ਨਾ ਲੋਕ ਉਹਨਾਂ ਦੋਨਾਂ ਨੂੰ, ਕੈਪਟਨ ਢੀਂਡਸੇ ਨੂੰ, ਨਾ ਮੋਦੀ ਜੀ ਨੂੰ, ਉਹਨਾਂ ਨੂੰ ਬਰੰਗ ਇਸ ਕਰਕੇ ਵਾਪਸ ਮੁੜਨਾ ਪਿਆ ਕਿ ਉਹਨਾਂ ਦੀ ਹੈ ਹੀ ਨਹੀਂ, ਪੋਜੀਸ਼ਨ ਹੀ ਨਹੀਂ। ਕਿਹਨੂੰ ਐਡਰੈਸ ਕਰ ਜਾਂਦੇ? ਐਡਾ ਵੱਡਾ ਅਪਮਾਨ ਤੇ ਸ਼ਰਮਿੰਦਗੀ ਨੂੰ ਪ੍ਰਾਈਮ ਮਿਨਿਸਟਰ ਦੀ ਨੂੰ ਖਾਲੀ ਕੁਰਸੀ ਨੂੰ ਐਡਰੈਸ ਕਰੇ, ਉਹਨੂੰ ਛੁਪਾਉਣ ਵਾਸਤੇ ਇਹਨਾਂ ਨੇ ਆਲੇ ਦੁਆਲੇ ਬਹਾਨੇ ਬਣਾਏ। ਕੀ ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹੁੰਦੀ ਹਾਂ ਕਿ ਜੇ ਇਹਨਾਂ ਨੇ ਕਿਹਾ ਜੀ ਉੱਥੇ ਰੋਕਿਆ ਗਿਆ, ਪ੍ਰਾਈਮ ਮਿਨਿਸਟਰ ਹੈ, 3 ਦਿਨ ਤੋਂ ਤੁਹਾਡੇ ਇੱਥੇ 3 ਹੈਲੀਕਾਪਟਰ ਆਏ ਹੋਏ ਨੇ, ਉਹ ਰੈਕੀ ਕਰ ਰਹੇ ਨੇ, ਉਹ 3 ਥਾਵਾਂ ਤੇ ਅੱਡ-ਅੱਡ ਤਾਰ ਕੇ ਹੈਲੀਕਾਪਟਰ ਦੇਖ ਰਹੇ ਨੇ, ਤੇ ਕੀ ਨਿੱਕੇ ਜਿਹੇ ਪੰਜਾਬ ਵਿੱਚ ਪੀਐਮ ਸਾਹਿਬ ਦੇ ਜਾਣ ਤੋਂ ਪਹਿਲਾਂ 3 ਹੈਲੀਕਾਪਟਰ ਆਪਣੇ 2-3 ਪਾਸਿਆਂ ਤੋਂ ਹੋ ਕੇ ਸਾਰਾ ਰੂਟ ਨਹੀਂ ਦੇਖ ਸਕਦੇ ਸੀ ਕਿੱਥੇ ਬਲੌਕੇਜ ਹੈ? ਅਸੀਂ ਤਾਂ 3 ਰੂਟ ਦਿੱਤੇ ਹੋਏ ਸੀ, ਸਾਡਾ ਰੂਟ ਕਿਉਂ ਛੱਡਿਆ ਗਿਆ? ਇੱਥੋਂ ਦੀ ਕਿਉਂ ਗਏ? ਤੇ ਇਸ ਕਰਕੇ ਜੇ ਇਹ ਸਾਰੀ ਚੀਜ਼ਾਂ ਕੀ ਹੈ ਵੀ ਇਸ ਚੀਜ਼ ਦਾ ਵੀ ਕਲੀਅਰੈਂਸ ਦਿੱਤੀ ਸੀਗੀ ਪੰਜਾਬ ਸਰਕਾਰ ਨੇ, ਡੀਜੀਪੀ ਨੇ, ਅਫਸਰਾਂ ਨੇ ਸਾਰਾ ਕਲੀਅਰ ਕੀਤਾ ਵੀ ਕਲੀਅਰ ਹੈ ਤਾਂ ਪੀਐਮ ਮੂਵ ਕੀਤੇ। ਉਹਨਾਂ ਦਾ ਕਹਿਣਾ ਇਹ ਹੈ, ਉਹ ਆਪਣੇ ਜਵਾਬ 'ਚ ਇਹ ਗੱਲ ਕਹਿ ਰਹੇ ਬਚਾਓ। ਦੇਖੋ, ਕਹਿਣਾ ਨੂੰ ਜੋ ਮਰਜ਼ੀ ਛਪਾਉਣ ਵਾਸਤੇ ਕੁਝ ਵੀ ਕਹਿਣ, ਅਸੀਂ 3 ਰੂਟ ਦਿੱਤੇ ਸੀ। ਸਾਨੂੰ ਤਾਂ ਪਹਿਲਾਂ ਇਹ ਵੀ ਨਹੀਂ ਸੀ ਪਤਾ ਵੀ ਇਹਨਾਂ ਨੇ ਬਾਈ ਰੋਡ ਜਾਣਾ ਵੀ ਹੈ ਕਿ ਨਾ। ਇਹ ਕਿਹਾ ਗਿਆ ਸੀ ਪ੍ਰੋਗਰਾਮ ਦੇ ਵਿੱਚ, ਲਿਖਤੀ ਆਇਆ ਵਾ ਕਿ ਉਹਨਾਂ ਨੇ ਉੱਥੋਂ ਹੈਲੀਕਾਪਟਰ ਤੇ ਜਾਣਾ ਹੈ। ਅਸੀਂ ਉਸ ਦੇ ਬਾਵਜੂਦ ਵੀ 2-3 ਰੂਟ ਤਿਆਰ ਕੀਤੇ, ਪਰ ਜਿਹੜਾ ਰੂਟ ਤੇ ਇਹ ਗਏ ਆਦੀ ਮਰਜ਼ੀ ਨਾਲ ਖੜੇ ਪੈਰ ਉੱਥੇ ਜਾ ਕੇ, ਕਿਉਂਕਿ ਸਾਡੀ ਤਾਂ ਇਹਨਾਂ ਨੇ ਡਿਸਪੋਜ਼ਲ ਤੇ ਹੁੰਦੀ ਹੈ ਸਟੇਟ ਸਿਕਿਉਰਿਟੀ ਜਾਂ ਸਟੇਟ ਗਵਰਨਮੈਂਟ, ਉਹਦਾ ਕੋਈ ਸਿੱਧਾ ਇੰਟਰਫੀਅਰੈਂਸ ਨਹੀਂ ਹੁੰਦੀ। ਇਸ ਕਰਕੇ ਜਿਹੜਾ ਹੈਗਾ ਉਸ ਥਾਂ ਤੇ ਮੈਂ ਜਿਵੇਂ ਪਹਿਲਾਂ ਕਿਹਾ ਕਿ ਜੇ ਇਹਨਾਂ ਨੂੰ ਕਲੀਅਰੈਂਸ ਦੇਤੀ, ਇਹਨਾਂ ਨੂੰ ਫੇਰ ਵੀ ਲੱਗਿਆ ਸੀ ਕਿ ਇਸ ਰੂਟ ਤੇ ਹੈਗਾ, ਇਹਨਾਂ ਦਾ ਹੈਲੀਕਾਪਟਰ ਨੇ ਰੈਕੀ ਕਰਨ ਵਾਸਤੇ ਗਿਆ ਨਹੀਂ ਪਹਿਲਾਂ, ਕਿਉਂ ਨਹੀਂ ਦੇਖਿਆ ਇਹਨਾਂ ਨੇ? ਸਾਡੇ ਦਿੱਤੇ ਜੇ ਆਹ ਰੂਟ ਦੇ ਉੱਤੇ ਬੈਠੇ ਲੋਕ ਜਿਹੜੇ ਬੈਠੇ ਹੀ ਸੀ ਨਾ, ਕੁਛ ਹੋਰ ਤਾਂ ਕੁਛ ਨਹੀਂ ਸੀ। ਅਸੀਂ ਵੀ ਰੋਜ਼ ਜਾਂਦੇ ਹਾਂ, ਸਾਡੇ ਰਾਹਾਂ 'ਚ ਹੀ ਬੈਠੇ ਹੁੰਦੇ ਆ, ਅਸੀਂ ਗੱਲਬਾਤ ਕਰਦੇ ਹਾਂ, ਦੇਖਦੇ ਹਾਂ। ਪੀਐਮ ਜਾਂਦੇ ਤਾਂ ਉਹਨਾਂ ਤੋਂ ਫੜਦੇ, ਮਾਨ ਪੱਤਰ ਫੜਦੇ ਜਾਂਦੇ ਉਸ ਤੇ ਡਰ ਕੇ ਕਿਉਂ ਭੱਜੇ ਹੈ? ਕਿਉਂਕਿ ਗੁਨਾਹਗਾਰੀ ਇਹਨਾਂ ਦੀ ਸ਼ਾਬਤ ਹੁੰਦੀ ਹੈ। ਤੇ ਜੇ ਉਹ ਰੂਟ ਤੇ ਬਲੌਕੇਜ ਲੱਗਿਆ ਸੀ ਕਿ ਇਸ ਰੂਟ ਤੇ ਬਲੌਕੇਜ ਆ, ਦੂਜਾ ਰੂਟ ਵੀ ਹੈਗਾ ਸੀ ਨਾਲ, ਉੱਥੋਂ ਕਿਉਂ ਨਹੀਂ ਗਏ? ਇਸ ਕਰਕੇ ਕਿਸ ਤਰ੍ਹਾਂ ਵਾਪਸ ਮੁੜਨ, ਕਿਸ ਤਰ੍ਹਾਂ ਸ਼ਰਮਿੰਦਗੀ ਛਪਾਉਣ, ਉਹਨੂੰ ਇਹ ਕਹਿੰਦੇ ਉਲਟਾ ਚੋਰ ਕੋਤਵਾਲ ਕੋ ਡਾਂਟੇ, ਇਹ ਗੱਲਾਂ ਕਰਕੇ ਵਾਪਸ ਗਏ ਨੇ। ਅਸਲ ਵਿੱਚ ਇਹਨਾਂ ਨੂੰ ਹੁਣ ਇਹ ਨਹੀਂ ਰਸਤਾ ਲੱਭ ਰਿਹਾ। ਪਹਿਲਾਂ ਇਹਨਾਂ ਨੇ ਸਾਡੇ ਤੇ ਕੈਪਟਨ ਸਾਹਿਬ ਤੋਂ ਬਾਅਦ ਜਦੋਂ ਚੰਨੀ ਸਰਕਾਰ ਆਈ ਹੈ ਕਾਂਗਰਸ ਦੀ, ਉਹਦੇ ਵਿੱਚ ਜੋ ਫੈਸਲੇ ਲਏ, ਉਹਨਾਂ ਨੇ ਇੱਕ ਤਕਰੀਬਨ ਪੰਜਾਬ ਦੇ ਵਿੱਚ ਇੱਕ ਵਾਤਾਵਰਨ ਚੇਂਜ ਕਰਤਾ। ਸਾਡਾ ਪੋਜ਼ਿਟਿਵ ਕਾਂਗਰਸ ਦੇ ਵਾਤਾਵਰਨ ਹੋਇਆ, ਜੀ ਤੋਂ ਡਰਦੇ ਘਬਰਾ ਰਹੇ ਨੇ। ਪਹਿਲਾ ਸਟੈਪ ਇਹਨਾਂ ਨੇ ਚੱਕਿਆ ਸੀ ਕਿ ਉਹ ਗਵਰਨਰ ਸਾਹਿਬ ਕੋਲੋਂ
ਜਿਹੜੇ ਹੈਗੇ ਨੇ ਅਸੀਂ ਸਨਮਾਨ ਕਰਦੇ ਹਾਂ ਰਾਜ ਭਵਨ ਦਾ, ਲੇਕਿਨ ਉੱਥੇ ਜੋ ਇਨਸਾਨ ਬੇੜੇ ਸਿਰ ਬੈਠਦੇ ਆ ਉਹਨਾਂ ਨੂੰ ਚਲਾਉਣ ਵਾਲੀ ਜਿਹੜੀ ਪਾਰਟੀ ਹੈ ਉੱਤੇ ਰੂਲਿੰਗ ਪਾਰਟੀ, ਉਹ ਕੌਣ ਕਿਵੇਂ ਚਲਾ ਰਹੀ ਹੈ, ਉਹਨਾਂ ਨੂੰ ਮਿਸਯੂਜ਼ ਕਰਨਾ, ਉੱਥੋਂ ਬਿਲਾਂ ਤੇ ਜਾਣ ਬੁੱਝ ਕੇ ਕਿੰਨੇ ਦਿਨ ਰੱਖ ਕੇ ਫਿਰ ਕਹਿਣਾ ਜਿਹਨਾਂ 'ਚ ਕਮੀਆਂ ਨੇ। ਜੇ ਕਿਸੇ ਵਕਤ ਕੋਈ ਬਿੱਲ ਜਾਂਦਾ ਹੈ, ਕਮੀ ਹੁੰਦੀ ਹੈ, ਤਾਂ ਸਾਡਾ ਅਫਸਰ ਨਾਲ ਦੀ ਨਾਲ 5 ਮਿੰਟਾਂ ਵਿੱਚ ਠੀਕ ਕਰ ਦਿੰਦਾ ਆ ਕੇ। ਪਹਿਲਾਂ ਉੱਥੇ ਰਕਵਾਉਣ ਦੀ ਕੋਸ਼ਿਸ਼ ਕੀਤੀ। ਦੂਜੀ ਗੱਲ, ਸਾਰਾ ਕੁਝ ਰੱਖ ਕੇ ਜਾਣ ਕੇ ਉਹ ਦਿਨ ਚੁਣਿਆ ਕਿ ਇੱਥੇ ਬਾਰਿਸ਼ ਘੱਟ ਹੋਣਾ ਨਹੀਂ, ਆਪਾਂ ਜਾਣਾ ਵੀ ਨਹੀਂ, ਲੋਕ ਮੂੰਹ ਵੀ ਨਹੀਂ ਲਾਉਂਦੇ, ਆਪਾਂ ਮੰਗਾਂ ਮੰਨੀਆਂ ਹੀ ਨਹੀਂ ਕੋਈ, ਉੱਥੇ ਆਪਾਂ ਨੂੰ ਮਿਲਣਾ ਕੁਛ ਨਹੀਂ, ਤੇ ਆਪਾਂ ਸਿਆਸੀ ਡਰਾਮਾ ਕਿਸ ਤਾਂ ਦੇਣਾ ਬਹੁਤ ਸੀ ਜੀ ਕੁਛ। ਤੁਸੀਂ ਉਹ ਦਿੱਲੀ 'ਚ ਮੰਨ ਕੇ ਆਓ ਤਾਂ ਦਿੱਤਾ ਨਹੀਂ ਕਿਸਾਨਾਂ ਭਰਾਵਾਂ ਵਾਸਤੇ, ਇੱਥੇ ਕੀ ਦੇਣਾ ਸੀ? ਜਿਹੜੀ ਇਹ ਸਾਰੀਆਂ ਗੱਲਾਂ ਹੈ ਤੁਸੀਂ ਕਹਿ ਰਹੇ ਹੋ, ਪਰ ਕਈ ਕਾਂਗਰਸ ਦੇ ਲੀਡਰ ਜਿਵੇਂ ਸੁਨੀਲ ਜਾਖੜ ਹੈ ਜਾਂ ਮਨੀਸ਼ ਤਿਵਾੜੀ ਨੇ ਜਾਂ ਹੋਰ ਵੀ ਕਈ ਲੀਡਰ, ਸੀਨੀਅਰ ਲੀਡਰ ਨੇ ਜਿਹੜੇ, ਉਹ ਕਹਿ ਰਹੇ ਆ ਵੀ ਇਹ ਗਲਤ ਹੋਇਆ। ਉਹਨਾਂ ਨੇ ਵੀ ਗੱਲ ਕੀ, ਪੰਜਾਬੀਅਤ ਦੇ ਖਿਲਾਫ ਸੀ, ਇਹ ਹੋਣਾ ਨਹੀਂ ਚਾਹੀਦਾ ਸੀਗਾ। ਫਿਰ ਉਹ ਇਹ ਗੱਲਾਂ ਕਿਉਂ ਨਹੀਂ ਕਹਿ ਰਹੇ? ਮੈਂ ਵੀ ਕਹਿੰਦੀ ਹਾਂ ਕਿ ਜੋ ਹੋਇਆ ਮੰਦਭਾਗਾ ਹੋਇਆ, ਜੋ ਹੋਇਆ ਮਾੜਾ ਹੋਇਆ, ਗਲਤ ਹੋਇਆ, ਲੇਕਿਨ ਮੈਂ ਦੂਜਾ ਪਾਰਟ ਇਹ ਕਹਿੰਦੀ ਹਾਂ ਕਿ ਹੂ ਇਜ਼ ਰਿਸਪੌਂਸਿਬਲ ਫॉर दैट? ਸਰਕਾਰ ਦਾ ਦੋਸ਼ ਕੱਢਿਆ, ਸਟੇਟ ਗਵਰਨਮੈਂਟ, ਨਾਟ ਸਟੇਟ ਗਵਰਨਮੈਂਟ। ਮੈਨੂੰ ਕੋਈ ਇੱਕ ਪੁਆਇੰਟ, ਮੈਂ ਵੀ ਸੀਐਮ ਰਹੀ ਹਾਂ, ਮੈਨੂੰ ਵੀ ਪਤਾ ਹੈ ਤੇ ਕਿ ਕਿਸ ਤਰੀਕੇ ਦੇ ਨਾਲ ਜਦੋਂ ਕੋਈ ਸੈਂਟਰਲ ਦਾ ਵਜ਼ੀਰ ਆਉਂਦਾ, ਸਾਡੇ ਵਜ਼ੀਰ ਆਉਂਦੇ ਰਹੇ ਹੈ, ਸੋਨੀਆ ਜੀ ਆਉਂਦੇ ਰਹੇ ਨੇ, ਸਾਡੇ ਆਪਣੇ ਮਨਮੋਹਨ ਸਿੰਘ ਜੀ ਆਉਂਦੇ ਰਹੇ ਨੇ, ਉਹ ਸਾਰਾ ਕੰਟਰੋਲ ਸਟੇਟ ਦੀ ਏਜੰਸੀ ਦੇ ਹੱਥ 'ਚ ਨਹੀਂ ਹੁੰਦਾ। ਸਟੇਟ ਏਜੰਸੀ ਨੂੰ ਤਾਂ ਜੋ ਕੁਝ ਕਿਹਾ ਜਾਂਦਾ ਕਿ ਸਾਨੂੰ ਆਹ ਚਾਹੀਦਾ, ਆਹ ਰਿਕੁਆਇਰਮੈਂਟ ਆ, ਪੂਰਾ ਕਰਨਾ ਹੁੰਦਾ ਹੈ। ਸਾਨੂੰ ਕਿਤੇ ਦੱਸਣ ਕਿ ਸਾਡੀ ਸੈਂਟਰਲ ਏਜੰਸੀ ਨੇ ਕੁਝ ਮੰਗਿਆ ਹੋਵੇ, ਪੂਰਾ ਨਾ ਕੀਤਾ ਹੋਵੇ। ਕੀ ਇੱਥੇ ਇਹਨਾਂ ਦੇ 50-50 ਕਿਲੋਮੀਟਰ 'ਚ ਹੋਣ ਕਰਕੇ BSF ਜਿਹੜੀ ਕਿ ਅਸੀਂ ਪਾਕਿਸਤਾਨ ਦੇ ਡਰੋਨ ਦੇਖਦੀ ਹੈ, ਕਿ ਲੋਕ ਆਉਂਦੇ ਉਹਨਾਂ ਨੂੰ ਦੇਖਦੀ ਹੈ, ਉਹਨਾਂ ਸਾਰਿਆਂ ਨੂੰ ਨਹੀਂ ਪਤਾ ਸੀ ਕਿ ਪੰਜਾਬ ਦਾ ਕੀ ਵਾਤਾਵਰਨ ਹੈ? ਕੀ ਉਹਨਾਂ ਸਾਰਿਆਂ ਨੇ ਕੋਈ ਦੇਖਿਆ ਕਿ ਇੱਥੇ ਕੁਝ ਖਤਰਾ ਹੈਗਾ? ਕੋਈ ਵੀ ਇੱਕ ਚਿੱਠੀ, ਇੱਕ ਕਾਗਜ਼, ਇੱਕ ਫੋਨ ਉਹਨਾਂ ਨੇ ਇੱਥੇ ਖਤਰੇ ਦੀ ਘੰਟੀ ਵੱਜਣ ਦੇ ਦੱਸੇ? ਜੇ ਕਿਸੇ ਏਜੰਸੀ ਨੇ ਕੋਈ ਖਤਰਾ ਨਹੀਂ ਦੱਸਿਆ, ਜੇ ਕਿਸੇ ਏਜੰਸੀ ਨੇ ਸਾਨੂੰ ਜੋ ਕੁਝ ਮੰਗਿਆ ਸੀ ਪੂਰਾ ਨਹੀਂ ਕੀਤਾ, ਤਾਂ ਸਾਨੂੰ ਦੱਸੋ, ਅਸੀਂ ਬਣ ਸਕਦੇ ਹਾਂ। ਜੇ ਜੋ ਮੰਗਿਆ ਸੀ ਪੂਰਾ ਕੀਤਾ ਹੈ, ਅਸੀਂ ਇੰਟਰਫੀਅਰੈਂਸ ਤਾਂ ਕਰ ਨਹੀਂ ਸਕਦੇ ਸੀ। ਅਸੀਂ ਤਾਂ ਉਹਨਾਂ ਨੂੰ ਵਾਰ ਕੇ ਮਾਣ ਸਨਮਾਨ, ਸਾਡੇ ਡਿਪਟੀ CM ਗਏ, ਕਿਤੇ ਖਜ਼ਾਨਾ ਮੰਤਰੀ ਗਏ ਆ, ਅਸੀਂ ਹੁਣ ਲਿਆ ਕੇ ਧੱਕੇ ਨਾਲ ਲੋਕ ਕਿੱਥੋਂ ਉਠਾ ਦਈਏ ਜਿਹੜੇ ਇੱਥੇ ਆਉਣਾ ਨਹੀਂ ਚਾਹੁੰਦੇ, ਸੁਣਨਾ ਨਹੀਂ ਚਾਹੁੰਦੇ। ਸੋ ਇਸ ਕਰਕੇ ਜਿਹੜਾ ਹੋਇਆ ਉਹ ਮੰਦਭਾਗਾ ਤਾਂ ਹੋਇਆ, ਪਰ ਮੰਦਭਾਗੇ ਪਿੱਛੇ ਸੈਂਟਰਲ ਐਂਡ ਆ ਜਿਹੜੀ ਹੈਗੀ ਹੈ ਦੋਨਾਂ ਦੀ ਜੋੜੀ, ਰਾਹੂ ਤੇ ਕੇਤੂ ਦੀ, ਕੈਪਟਨ ਤੇ ਢੀਂਡਸੇ ਦੀ, ਇਹ ਜੋੜੀ ਜਿਹੜੀ ਹੈ, ਇਹਨਾਂ ਨੇ ਬਿਲਕੁਲ ਇਹ ਚਾਹੁੰਦੇ ਸੀ ਕਿ ਸਾਤੋਂ ਰਾਜ ਭਾਗ ਗਿਆ ਤੇ ਅਸੀਂ ਗਵਰਨਰ ਰੂਲ ਦੀ ਮੰਗ ਕਰਾਂਗੇ। ਔਰ ਜੇ ਇਹਨਾਂ ਦਾ ਇਹ ਕਹਿੰਦੇ, ਹਰਿਆਣੇ ਦੇ CM ਨੇ ਵੀ ਕਹਿਤਾ ਵੀ ਮਨੋਹਰ ਲਾਲ ਖੱਟਰ ਨੇ ਵੀ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ, ਉਹਨਾਂ ਨੇ ਵੀ ਮੰਗ ਕੀਤੀ ਹੈ ਸੈਂਟਰ ਨੂੰ ਤੇ ਰਾਸ਼ਟਰਪਤੀ ਨੂੰ। ਇਸ ਤੋਂ ਪਹਿਲਾਂ ਖੱਟਰ ਜੀ ਨੂੰ ਜਵਾਬ ਦੇਣਾ ਪਊਗਾ ਕਿ ਜੋ ਤੁਹਾਡੀ ਸਟੇਟ ਦੇ ਵਿੱਚ ਇੱਕ ਐਸਾ ਲਾਅ ਐਂਡ ਆਰਡਰ ਵਿਗੜ ਗਿਆ ਸੀ ਕਿ ਤੁਹਾਡਾ ਕਿੰਨੇ ਮਹੀਨੇ, 1.5 ਮਹੀਨੇ, ਪੂਰੇ 2 ਮਹੀਨੇ, 3 ਮਹੀਨੇ ਤੱਕ ਰੋਜ਼ ਡੰਡੇ ਖੜਕਦੇ ਸੀ, ਰੋਜ਼ ਉੱਥੇ ਹਾਹਾਕਾਰ ਸੀ, ਤੁਹਾਡੀ ਜਿਹੜੀ ਹੈਗੀ ਸਟੇਟ ਦੀ ਲਾਈਫ ਖਤਮ ਹੋ ਗਈ ਸੀ। ਉਦੋਂ ਗਵਰਨਰ ਰੂਲ ਲਾਉਣਾ ਚਾਹੀਦਾ ਸੀ ਕਿ ਅੱਜ PM ਨੂੰ 10 ਮਿੰਟ ਵੇਟ ਕਰਨੇ ਪੈ ਗਏ, ਇੱਥੇ ਲਾਉਣਾ ਚਾਹੀਦਾ ਹੈ? ਦੱਸੋ ਕਿਸੇ ਥਾਂ ਤੇ PM ਨੇ ਕੋਈ ਹਮਲਾ ਕੀਤਾ? ਕੀ ਹੋਇਆ ਇੱਥੇ? ਇਸ ਕਾਰਨ ਕਰਕੇ ਇਹ ਸਿਆਸੀ ਰੋਟੀਆਂ ਨਾ ਸੇਕਣ, ਇਹਨਾਂ ਨੇ ਪਹਿਲਾਂ ਕਾਨੂੰਨ ਬੰਦ ਕਰਾਏ, ਹੁਣ ਇਹਨਾਂ ਨੇ ਜਾਣ ਕੇ ਰੈਲੀ ਦਾ ਜਿਹੜਾ ਹੈਗਾ ਫੇਲਿਅਰ ਰੈਲੀ ਨੂੰ ਸਾਡੇ ਸਿਰ ਮੜਨਾ ਚਾਹੁੰਦੇ ਆ। ਤੀਜਾ, ਹੁਣ ਦੇਖੋ ਇਹਦੇ 'ਚ ਇਹਨਾਂ ਨੇ ਰਾਸ਼ਟਰਪਤੀ ਭਵਨ ਗਏ ਆ ਪ੍ਰਾਈਮ ਮਿਨਿਸਟਰ, ਕਦੇ ਸੁਪਰੀਮ ਕੋਰਟ ਜਾਂਦੇ ਆ ਭੱਜੇ। ਪੁੱਛਣਾ ਚਾਹੁੰਦੀ ਹਾਂ ਕਿ ਕੀ ਮੋਦੀ ਸਾਹਿਬ ਜਦੋਂ ਸਾਡਾ 700 ਬੰਦੇ ਮਾਰੇ ਗਏ, ਤੁਹਾਡੇ ਵਜ਼ੀਰ ਦੇ ਉੱਤੇ ਇਲਜ਼ਾਮ ਆਇਆ ਸੈਂਟਰ ਦੇ ਵਿੱਚ, ਅੱਜ ਤੱਕ ਵੀ ਉਹ ਵਜ਼ਾਰਤ ਵਿੱਚ ਬੈਠਾ ਹੈ, ਤੁਸੀਂ ਉਸ ਵਕਤ ਜੋ 1.5 ਸਾਲ ਤੋਂ ਸਾਡੇ ਕਿਸਾਨ ਭਰਾ ਉੱਥੇ ਬੈਠੇ ਸੀਗੇ, ਤੁਸੀਂ ਉਸ ਵਕਤ ਗਏ ਕਿ ਮੈਂ ਆਈ ਐਮ ਰਿਸਪੌਂਸੀਬਲ, ਮੈਂ ਕਾਲੇ ਕਾਨੂੰਨ ਬਿਨਾਂ ਮੰਗੇ ਤੋਂ ਧੱਕੇ ਨਾਲ ਲਾਗੂ ਕੀਤੇ ਜਿਹਦੇ ਕਰਕੇ ਸਾਰਾ ਹਾਲਾਤ ਵਿਗੜੇ ਨੇ, ਮੈਂ ਜ਼ਿੰਮੇਵਾਰ ਹਾਂ, ਮੈਂ ਓਨ ਕਰਦਾ। ਉਦੋਂ ਰਾਸ਼ਟਰਪਤੀ ਜੀ ਨੂੰ ਕਹਿੰਦੇ ਕਿ ਮੈਨੂੰ ਜੀ ਤੁਸੀਂ ਮੈਂ ਰਿਜ਼ਾਈਨ ਦੇ ਕੇ ਆਇਆ, ਮੇਰਾ ਮਨਜ਼ੂਰ ਕਰੋ, ਗਏ ਉਦੋਂ? PM ਨੂੰ ਤਾਂ 10 ਮਿੰਟ ਖੜਨਾ ਪੈ ਗਿਆ ਜਿਹੜਾ ਆਪਣੀ ਮਰਜ਼ੀ ਨਾਲ ਗਲਤ ਰੂਟ ਤੋਂ ਦੀ ਗਏ ਹੈ। ਉਹਦੇ ਵਾਸਤੇ ਰਾਸ਼ਟਰਪਤੀ ਭਵਨ, ਉਹਦੇ ਵਾਸਤੇ ਸੁਪਰੀਮ ਕੋਰਟ, ਤੇ ਉਹ ਜਿਹੜੇ ਇੰਨੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ, ਇਹੋ ਜਿਹੇ ਹਾਲਾਤ ਖਰਾਬ ਕੀਤੇ, ਉਹਨਾਂ ਵਾਸਤੇ ਕਦੇ ਨਹੀਂ ਗਏ ਇਹਨਾਂ ਨੇ। ਜਾਣਾ ਤਾਂ ਦੂਰ ਦੀ ਗੱਲ ਹੈ, ਕਦੇ 2 ਲਫ਼ਜ਼ ਇਹ ਵੀ ਕਹੇ ਹੁਣ ਕਿ ਬੜਾ ਅਫਸੋਸ ਹੈ, ਮੈਨੂੰ ਅਫਸੋਸ ਨਹੀਂ ਪ੍ਰਗਟ ਕੀਤਾ। ਤੇ ਹੁਣ ਇਹਨਾਂ ਨੂੰ ਕਿਉਂ ਪੈਰਾਂ ਥੱਲੇ ਆਪਣੇ ਸਮਝਦੇ ਆ ਕਿ ਪੈਰਾਂ ਥੱਲੇ ਅੱਗ ਲੱਗੀ ਹੋਈ ਹੈ ਇਸ ਤਰ੍ਹਾਂ ਦੀ? ਠੀਕ ਹੈ, ਤੇ ਜੇ ਪੰਜਾਬ ਦਾ ਸਿਆਸੀ ਮਾਹੌਲ ਦੇਖੀਏ, ਥੋੜਾ ਇੰਨਾ ਲੰਬਾ ਤਜਰਬਾ ਹੈਗਾ, ਤੁਸੀਂ ਕਿਵੇਂ ਦੇਖਦੇ ਹੋ ਮੌਜੂਦਾ ਸਿਆਸੀ ਮਾਹੌਲ ਨੂੰ? ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਦੀ ਤੁਸੀਂ ਗੱਲ ਕੀਤੀ, ਕੀ ਲੱਗਦਾ ਤੁਹਾਨੂੰ ਆਉਣ ਵਾਲੀ ਚੋਣਾਂ ਸੱਟ ਮਾਰ ਸਕਦੇ ਆ ਕਾਂਗਰਸ ਨੂੰ ਜਾਂ ਹੋਰ ਪਾਰਟੀਆਂ ਨੂੰ ਵੀ, ਕਿਉਂਕਿ ਉਹਨਾਂ ਨੂੰ ਹੁੰਗਾਰਾ ਤਾਂ ਸ਼ਹਿਰਾਂ 'ਚ ਤਾਂ ਵਧੀਆ ਮਿਲ ਰਿਹਾ? ਦੇਖੋ, ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਗੱਲ ਕੀਤੀ ਹੈ ਜਾਂ ਢੀਂਡਸਾ ਦੀ ਗੱਲ ਕੀਤੀ ਹੈ ਜਾਂ ਮੋਦੀ ਦੀ, ਐਸ ਭਾਵੇਂ ਅਸੀਂ ਕਹਿੰਦੇ ਆ ਕਿ ਇਹ ਜਿਹੀਆਂ ਗੱਲਾਂ ਵਾਪਰਨੀਆਂ ਨਹੀਂ ਚਾਹੀਦੀਆਂ, ਜਿਹੜੀਆਂ ਇਸ ਤੋਂ ਪਹਿਲਾਂ ਬਹੁਤ ਪ੍ਰਾਈਮ ਮਿਨਿਸਟਰਾਂ ਨੇ ਇਦੋਂ ਬਹੁਤ ਮਾੜੀਆਂ ਵੀ ਵਾਪਰੀਆਂ, ਨਹੀਂ ਹੋਣੀਆਂ ਚਾਹੀਦੀਆਂ। ਲੇਕਿਨ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਜੇ ਕਿਤੇ ਹੁੰਦੀਆਂ, ਉਹਨੂੰ ਇੰਨਾ ਇਸ ਤਰੀਕੇ ਦਾ ਹਾਈਲਾਈਟ ਕਰਕੇ ਆਦੀਆਂ ਏਜੰਸੀਆਂ ਰਾਹੀਂ ਉਹਦੀ ਪਬਲਿਸਿਟੀ ਨਹੀਂ ਕਰਾਈ ਜਾਂਦੀ ਹੁੰਦੀ, ਜਿਵੇਂ 4 ਦਿਨ ਤੋਂ ਹੀ ਕਰਾਉਣ ਲੱਗੇ ਹੋਏ ਨੇ, ਬਲੇਮਬਾਜ਼ੀ ਵਿੱਚ ਪਏ ਹੋਏ ਨੇਗੇ। ਲੇਕਿਨ ਜਿਹੜੇ ਕੈਪਟਨ ਸਾਹਿਬ ਹੈ ਜਾਂ ਇਹ ਹੈ, ਇਹ ਸਾਰਾ ਕੁਝ ਇਹਨਾਂ ਨੂੰ ਸ਼ੀਸ਼ਾ ਦਿਖਾਤਾ ਪੰਜਾਬ ਦੇ ਲੋਕਾਂ ਨੇ ਵੀ ਨਾ ਲੋਕ ਮੋਦੀ ਜੀ ਨੂੰ ਅਜੇ ਤੱਕ ਮਾਫ ਕਰ ਸਕਦੇ ਆ, ਤੇ ਨਾ ਉਹਨਾਂ ਦੇ ਜਿਹੜੇ ਹਮਾਇਤੀ ਬਣ ਕੇ ਆਪ ਉਂਗਲ ਫੜ ਕੇ ਨਾਲ ਆਏ ਨੇ ਕੈਪਟਨ ਤੇ ਢੀਂਡਸਾ,
ਇਹਨਾਂ ਦਾ ਬੋਰੀਆ ਬਿਸਤਰਾ ਬੰਨ੍ਹਤਾ ਪੰਜਾਬ ਦੀ ਜਨਤਾ ਨੇ। ਇਹ ਕਿਤੇ ਨੇੜੇ ਤੇੜੇ ਵੀ ਨਜ਼ਰ ਨਹੀਂ ਆਉਣਗੇ, ਚਾਹੇ ਉਹ 2022 ਦੇ ਇਲੈਕਸ਼ਨ ਹੋਣ, ਚਾਹੇ ਉਹ 24 ਦੇ ਇਲੈਕਸ਼ਨ ਹੋਣ। ਇਹਨਾਂ ਦੇ ਨਾਲ ਕੋਈ ਲੋਕਾਂ ਨੂੰ ਸਿੰਪਥੀ ਨਹੀਂ, ਕੋਈ ਲੋਕ ਇਹਨਾਂ ਦੇ ਨਾਲ ਨਹੀਂ। ਅੱਜ ਪੂਰੀ ਤਰ੍ਹਾਂ ਨਾਲ ਇਹ ਗੱਲ ਕਲੀਅਰ ਕਰਤੀ ਜਿਹੜੀ ਇਹਨਾਂ ਨੂੰ ਮੰਨਣੀ ਔਖੀ ਹੋਈ ਵੀ ਹੈ। ਦੇਖੋ ਤੇਰਾ ਐਤਕੀ ਬਹੁਤ ਜ਼ਿਆਦਾ ਹੋ ਗਿਆ, ਕਿਸਾਨ ਵੀ ਆ ਗਏ ਨੇ, ਆਮ ਆਦਮੀ ਪਾਰਟੀ ਵੀ ਹੈ। ਅੱਗੇ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ 'ਚ ਹੀ ਮੁਕਾਬਲਾ ਹੁੰਦਾ ਸੀਗਾ, ਤੇ ਹੁਣ ਇੱਕ ਤਰ੍ਹਾਂ ਤੋਂ ਪਲੇਅਰ ਬਣ ਕੇ ਬੀਜੇਪੀ ਵੀ ਆ ਰਹੀ, ਕਿਉਂਕਿ ਕਾਫੀ ਜ਼ਿਆਦਾ ਐਮਐਲਏ ਬੰਦੇ ਉਹ ਜੁਆਇਨ ਕਰਵਾ ਰਹੇ ਨੇ। ਤੇ ਜੇ 10-10 15-15 ਹਜ਼ਾਰ ਦਾ ਵੀ ਫਰਕ ਪਾਉਂਦੇ, ਤੁਹਾਨੂੰ ਲੱਗਦਾ ਨਹੀਂ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਜਾਂ ਨੁਕਸਾਨ ਹੋ ਸਕਦਾ, ਸੱਤਾ ਕਾਇਮ ਕਰਨੀ ਔਖੀ ਹੋ ਸਕਦੀ? ਕਾਂਗਰਸ ਪਾਰਟੀ ਨੂੰ ਜਿਹੜੇ ਬੈਨੀਫੀਸ਼ਰੀ ਜਾਂ ਸਾਡੇ ਵੋਟਰ ਨੇ ਉਹ ਵੱਡੀ ਗਿਣਤੀ 'ਚ ਜਿਨ੍ਹਾਂ ਨੂੰ ਕੋਈ ਸ਼ਾਮਲ ਹੋਣਾ, ਕੋਈ ਆਉਣਾ ਜਾਣ ਕੇ ਸ਼ਾਮਲ ਹੋਣ ਦੇ ਬਹੁਤ ਸਾਰੇ ਰੀਜ਼ਨ ਹੋ ਸਕਦੇ ਆ। ਇਹੀ ਨਹੀਂ ਕਿ ਇਕੱਲਾ ਕਿ ਪਾਰਟੀ ਦੀਆਂ ਚੰਗਾਈਆਂ ਕਰਕੇ ਕੋਈ ਸ਼ਾਮਲ ਹੋ ਰਿਹਾ, ਬੜੀਆਂ ਮਜਬੂਰੀਆਂ ਹੋ ਸਕਦੀਆਂ, ਬੜੇ ਕਾਰਨ ਹੋ ਸਕਦੇ ਨੇ। ਇਹ ਬੜੀ ਟੇਢੇ ਤਰੀਕੇ ਦੀ ਇਹਨਾਂ ਨੇ ਰਾਜਨੀਤੀ ਇਸ ਮੈਂ ਰਾਜ ਵਿੱਚ ਦੇਖਿਆ, ਮੋਦੀ ਦੇ ਰਾਜ ਵਿੱਚ ਹੋਈ ਹੈ। ਇੱਥੇ ਬਾਮ ਰੋਡ ਦੀ ਰਾਜਨੀਤੀ ਵੀ ਚੱਲ ਰਹੀ ਹੈ, ਇੱਥੇ ਕਈ ਬੁਰਕੀਆਂ ਸਿੱਟਣ ਦੀ ਰਾਜਨੀਤੀ ਵੀ ਹੁੰਦੀ ਹੈ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਿਹੜਾ ਅੱਗੇ ਵੀ ਮੈਂ ਕਿਹਾ ਕਿ ਜਿਹੜਾ ਢੀਂਡਸਾ ਜੀ ਨੂੰ ਇਹਨਾਂ ਨੇ ਦਿੱਤਾ ਸੀ ਪਦਮ ਸ਼੍ਰੀ, ਉਹ ਕਿਹੜੇ ਬਾਰਡਰ ਤੇ ਲੜੇ ਸੀ? ਕਿਹੜੇ ਬਾਰਡਰ ਤੇ ਲੜਨ ਕਰਕੇ ਤੇ ਬਹਾਦਰੀ ਖੱਟ ਕੇ ਆਏ ਸੀ, ਜਿੱਤ ਕੇ ਆਏ ਸੀ, ਉੱਥੋਂ ਜਿਹੜਾ ਪਦਮ ਸ਼੍ਰੀ ਦਿੱਤਾ। ਉਹ ਉਦੋਂ ਮੈਂ ਹਰ ਵਾਰ ਕਹਿੰਦੀ ਹਾਂ ਕਿ ਸਾਈ ਫੜਾਈ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਗੰਦਲੀ ਰਾਜਨੀਤੀ ਮੋਦੀ ਜੀ ਬੜੀ ਦੇਰ ਤੋਂ ਕਰਦੇ ਆ ਰਹੇ ਹੈ। ਕਦੇ ਕਹਿੰਦੇ ਆ ਮੈਂ 2 ਕਰੋੜ ਬੰਦਿਆਂ ਨੂੰ ਰੁਜ਼ਗਾਰ ਦੇਵਾਂ, ਕਹਿ ਕੇ ਮੁੱਕ ਰਿਹਾ ਹੈ। 15 ਲੱਖ ਮੈਂ ਹਰੇਕ ਦੀ ਜੇਬ 'ਚ ਪਾਉਂ, ਕਹਿ ਕੇ ਮੁੱਕ ਰਿਹਾ ਹੈ। ਕਦੇ ਇਹਨਾਂ ਨੇ ਕਿਹਾ ਕਿ ਅਸੀਂ ਆਪਣਾ ਕਾਲੇ ਕਾਨੂੰਨ ਨਹੀਂ, ਜਿਹੜਾ ਕਾਲਾ ਧਨ ਵਾਪਸ ਲੈ ਕੇ ਆਵਾਂਗੇ, ਉਹ ਇਹਨਾਂ ਨੇ ਉੱਥੇ ਕਾਲਾ ਧਨ ਤਾਂ ਵਾਪਸ ਕੀ ਲਿਆਉਣਾ, ਕਾਲੇ ਕਾਨੂੰਨ ਸਾਡੇ ਤੇ ਲਾਗੂ ਕਰਤੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਗੰਦਲੀ ਰਾਜਨੀਤੀ ਦੇ ਵਿੱਚ ਲੈ ਕੇ ਆਏ ਨੇ, ਉਹ ਸਾਰੀਆਂ ਦੇ ਵਿੱਚ ਭਾਗੀਦਾਰ ਇਹ ਕੈਪਟਨ ਤੇ ਢੀਂਡਸਾ ਪੂਰੀ ਤਰ੍ਹਾਂ ਜ਼ਿੰਮੇਵਾਰ ਨੇ। ਇਹ ਆਪਣੇ ਨਿੱਜੀ ਲਾਲਚ ਜਾਂ ਮੈਂ ਨਹੀਂ ਕਹਿੰਦੀ ਕਿ ਵਿਅਕਤੀਗਤ, ਇਹਨਾਂ ਦੇ ਉੱਤੇ ਬਹੁਤ ਸਾਰੀਆਂ ਥਾਵਾਂ ਜਿਵੇਂ ਕਹਿੰਦੇ ਸ਼ਾਮਲ ਹੋ ਰਹੇ ਨੇ। ਕਈ ਥਾਵਾਂ ਤੇ ਬਾਮ ਰੋੜੀ ਵਾਲਾ, ਕਈ ਥਾਵਾਂ ਤੇ ਨਿੱਜੀ ਕੋਈ ਲਾਲਚ। ਇਹਨਾਂ ਕਾਰਨਾਂ ਕਰਕੇ ਜਿਹੜੇ ਹੈਗੇ ਨੇ ਇਹ ਵੱਡੇ ਲੀਡਰਾਂ ਦੀ ਦੋਨਾਂ ਦੀ ਮੈਂ ਗੱਲ ਕਰਦੀ ਹਾਂ, ਲੱਗਦਾ ਸ਼ੱਕ ਪੈਂਦੀ ਹੈ ਕਿ ਆਹ ਕਾਰਨ ਵੀ ਹੋ ਸਕਦੇ ਨੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਨਜ਼ਰ ਆਉਣਗੇ। ਇਹ ਇਹਨਾਂ ਕਾਰਨਾਂ ਕਰਕੇ ਜਾਂਦੇ ਆ। ਮੈਂ ਨਹੀਂ ਕਹਿ ਸਕਦੀ ਕਿ ਕੋਈ ਬੰਦਾ ਜਿਹੜਾ ਗਿਆ ਉਹ ਬੀਜੇਪੀ ਦੀ ਚਗਾਈਆਂ ਕਰਕੇ ਗਿਆ। ਜਦੋਂ ਤੱਕ ਤੁਸੀਂ ਕਹਿੰਦੇ ਬੀਜੇਪੀ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੀਜੇਪੀ ਦਾ ਪਹਿਲਾਂ ਵੀ ਹੁੰਦਾ ਸੀਗਾ, ਬੀਜੇਪੀ ਸ਼ਹਿਰਾਂ ਵਿੱਚ ਹੀ ਹੁੰਦੀ ਸੀ, ਲੇਕਿਨ ਇਹ ਲੱਗਦੇ ਸੀ ਕਿ ਦੋਨਾਂ ਦੇ ਆਉਣ ਨਾਲ ਸਾਨੂੰ ਅਰਬਨ ਦੇ ਨਾਲੋਂ ਰੂਰਲ ਏਰੀਆ 'ਚ ਵੀ ਆ ਜਾਊਗਾ, ਜਿੱਥੇ ਬਿਲਕੁਲ ਸਫਾਇਆ ਹੋ ਗਿਆ। ਕੈਪਟਨ ਸਾਹਿਬ ਦੇ ਨਾਲ ਕੋਈ ਨਹੀਂ। ਮੈਂ ਪੁੱਛਦੀ ਹਾਂ ਕਿ ਜੇ ਕੈਪਟਨ ਸਾਹਿਬ ਜਿੱਥੇ ਜਾਂਦੇ ਆ ਤੇ ਫੁੱਲਾਂ ਦੀ ਬਾਰਿਸ਼ ਕਰਾ ਲੈਂਦੇ ਆ, ਤੇ ਪੀਐਮ ਸਾਹਿਬ ਤੇ ਫਿਰ ਕਾਹਦੀ ਬਾਰਿਸ਼ ਕਰਾਈ ਹੈ ਜੀ? ਨਫ਼ਰਤ ਦੀ, ਖਾਲੀ ਕੁਰਸੀਆਂ ਦੀ? ਕੀ ਉੱਥੇ ਕਹਿੰਦੇ ਸੀਗੇ ਅਸੀਂ ਤਾਂ ਸਿਰਫ ਭਾਈਵਾਲ ਆ? ਤੁਸੀਂ ਭਾਈਵਾਲ ਹੋ, ਤੁਸੀਂ ਪੰਜਾਬ ਦੇ ਮੁੱਖ ਮੰਤਰੀ ਰਹੇ ਹੋ, ਬੀਜੇਪੀ 'ਚ ਤਾਂ ਕੋਈ ਵਿਚਾਰਾ ਇੱਥੇ ਮੁੱਖ ਮੰਤਰੀ ਰਿਹਾ ਨਹੀਂ। ਤੁਹਾਨੂੰ ਸਾਰਾ ਪਤਾ ਹੈ ਕਿ ਸਾਰਾ ਕੰਮ ਸੈਂਟਰਲ ਏਜੰਸੀਆਂ ਦਾ ਹੁੰਦਾ ਹੈ। ਤੁਹਾਨੂੰ ਪਤਾ ਹੈ ਕਿ ਸਾਰੀ ਪਹਿਲਾਂ ਅਸੈਸਮੈਂਟ ਕਰਕੇ ਚਲੀ ਜਾਂਦੀ ਹੁੰਦੀ ਹੈ। ਤੁਸੀਂ ਗਾਈਡ ਨਹੀਂ ਕੀਤਾ। ਤੁਸੀਂ 4 ਮਹੀਨੇ ਪਹਿਲਾਂ ਮੁੱਖ ਮੰਤਰੀ ਸੀਗੇ। ਢੀਂਡਸਾ ਜੀ ਤੁਸੀਂ ਵੀ ਉੱਤੇ ਐਮਪੀ ਬਣੇ ਰਹੇ ਹੋ, ਤੁਹਾਡਾ ਬੇਟਾ ਤੇ ਵਜ਼ੀਰ ਬਣਿਆ ਰਿਹਾ ਹੈ, ਸੈਂਟਰ 'ਚ ਵਜ਼ੀਰ ਤੁਸੀਂ ਬਣੇ ਰਹੇ ਹੋ। ਤੁਹਾਨੂੰ ਇਹ ਪਤਾ ਨਹੀਂ ਕਿ ਤੁਹਾਡੇ ਪੰਜਾਬ 'ਚ ਤੁਸੀਂ ਵੀ ਸੱਦਾ ਦਿੱਤਾ, ਆਓ ਜੀ ਇਨਵਾਈਟ ਕੀਤਾ। ਤੁਸੀਂ ਹੋਸਟ ਸੀਗੇ ਬੀਜੇਪੀ ਦੇ ਨਾਲ ਲੱਗ ਕੇ, ਤੁਸੀਂ ਅਗਵਾਈ ਕਰਕੇ ਬੀਜੇਪੀ ਵਾਸਤੇ ਉੱਥੇ ਤੁਸੀਂ ਇਕੱਠ ਕਰਕੇ ਲੈ ਕੇ ਗਏ ਸਾਰੇ ਪੰਜਾਬ ਨੂੰ। ਤੁਸੀਂ ਆਪਦੇ ਤੇ ਫੁੱਲ ਭਰਾ ਕੇ ਆ ਗਏ, ਤੇ ਇੱਥੇ ਆ ਜਿਹੜੇ ਦੇਖਿਆ ਇਕੱਠ ਨਹੀਂ ਹੋਇਆ। ਢੀਂਡਸੇ ਨੇ ਜਾ ਕੇ ਮੋਗੇ ਤੋਂ ਮੁੜਿਆ, ਕਰੋਨਾ ਹੋ ਗਿਆ, ਕੈਪਟਨ ਗਾਹਾਂ ਪਹੁੰਚ ਗਿਆ ਸੀ, ਮੁੜ ਨਹੀਂ ਸਕਦਾ, ਖਾਲੀ ਕੁਰਸੀ ਨੂੰ ਡਰੈਸ ਕਰਕੇ ਮੁੜਿਆ, ਤੇ ਮੋਦੀ ਜੀ ਨੂੰ ਉੱਥੋਂ ਜਿਹੜਾ ਹੈਗਾ ਬਠਿੰਡੇ ਤੋਂ ਵਾਪਸ ਮੋੜਤਾ। ਇਹਨਾਂ ਲਈ ਏਡੀ ਵੱਡੀ ਸ਼ਰਮ ਦੀ ਗੱਲ ਕਿ ਨੱਕ ਡੋਬ ਕੇ ਮਰ ਜਾਣੇ ਲੋਕ ਕਿ ਆਪਦੇ ਪੰਜਾਬ ਵਿੱਚ ਆਪਦੇ ਪੀਐਮ ਨੂੰ ਜਿਹਨੂੰ ਬੁਲਾ ਕੇ ਆਏ ਸੀ, ਸੱਦ ਕੇ ਆਏ ਸੀ, ਉਹਨਾਂ ਦੀ ਇਸ ਤਰ੍ਹਾਂ ਦੀ ਨਮੋਸ਼ੀ ਭਰੀ ਇਹਨਾਂ ਨੇ ਇਹ ਰੱਦ ਕਰਾਈ ਹੈ, ਕੈਂਸਲ ਇਹਨਾਂ ਦੇ ਕਰਕੇ ਹੋਈ ਹੈਗੀ ਹੈ। ਵੀ ਜਿਵੇਂ ਭਾਜਪਾ ਦੀ ਗੱਲ ਕਰੀਏ, ਭਾਜਪਾ ਬਹੁਤ ਅਗਰੈਸਿਵਲੀ ਹਰੇਕ ਬੰਦੇ ਨੂੰ ਅਪਰੋਚ ਕਰ ਰਹੀ ਹੈ ਪੰਜਾਬ ਦੇ ਅੰਦਰ। ਹਰ ਇੱਕ ਨੂੰ, ਤੁਹਾਨੂੰ ਵੀ ਅਪਰੋਚ ਕੀਤਾ ਗਿਆ ਸੀ ਵੀ ਭਾਜਪਾ ਜੁਆਇਨ ਕਰੋ, ਤੁਹਾਨੂੰ ਵੀ ਆਇਆ, ਕਿਸੇ ਨੇ ਕਿਹਾ ਸੀਗਾ ਤੁਹਾਨੂੰ ਵੀ? ਮੈਨੂੰ ਕੋਈ ਜ਼ਰੂਰਤ ਹੀ ਨਹੀਂ ਕਰਦਾ ਕਹਿਣ ਦੀ, ਕਿਉਂਕਿ ਮੈਂ ਆਪਣੀ ਖੁੱਲੀ ਕਿਤਾਬ ਹੈ ਮੇਰੀ ਤੇ ਮੇਰੇ ਪਰਿਵਾਰ ਦੀ। ਮੈਂ ਜਿੱਥੇ ਅੱਖਾਂ ਖੋਲੀਆਂ, ਮੈਂ ਕਾਂਗਰਸ ਵਿੱਚ ਖੋਲੀਆਂ, ਬਹੁਤ ਵਾਰੀ ਤੁਹਾਡੇ ਚੈਨਲਾਂ ਰਾਹੀਂ ਕਹਿ ਚੁੱਕੀ ਹਾਂ। ਮੈਂ ਇਹ ਜਿਹੀਆਂ ਮਿਸਾਲਾਂ ਵੀ ਦੇ ਚੁੱਕੀ ਹਾਂ ਜਿੱਥੇ ਉਦੋਂ ਮੁਰਾਰਜੀ ਦੇਸਾਈ ਬੜੇ ਬੜੇ ਸਟੇਟ ਦੀਆਂ ਲੀਡਰਸ਼ਿਪਾਂ ਹੈਡ, ਉਹ ਮੈਨੂੰ ਉਹਨਾਂ ਨੇ ਆਫਰ ਕੀਤੀਆਂ ਸੀਗੀਆਂ, ਪਰ ਮੈਂ ਸਿਰਫ ਇੰਦਰਾ ਗਾਂਧੀ ਜੀ ਵਾਸਤੇ ਜੇਲ੍ਹ ਜਾਣਾ ਵਾਜਬ ਸਮਝਿਆ ਸੀ ਜਿੱਥੇ ਬੇਇਨਸਾਫੀ ਹੋਈ ਸੀ। ਬੱਚਿਆਂ ਨੂੰ ਲੈ ਕੇ ਜੇਲ੍ਹ ਗਈਆਂ, ਜਿਹੜੀ ਕੋਈ ਮਿਸਾਲ ਮਿਲਦੀ ਨਹੀਂ ਹੋਣੀ। ਇਸ ਕਰਕੇ ਮੈਨੂੰ ਕੋਈ ਜ਼ਰੂਰਤ ਨਹੀਂ ਕਰ ਸਕਦਾ। ਜੇ ਕੋਈ ਦੂਰ ਨੇੜੇ ਸਾਡੇ ਹਮਦਰਦਾਂ ਕੋਲ ਕਰਦਾ ਹੋਊ ਤਾਂ ਉਹਨਾਂ ਦੀ ਗਾਹਾਂ ਹਿੰਮਤ ਨਹੀਂ ਪੈਂਦੀ ਕਿ ਮੇਰੇ ਨਾਲ ਇਹ ਗੱਲ ਕਰ ਸਕਣ। ਕਾਂਗਰਸ ਵਿੱਚ ਮੈਂ ਅੱਖਾਂ ਖੋਲੀਆਂ, ਆਖਰੀ ਟਾਈਮ ਤੱਕ ਮੈਂ ਆਪਣੀ ਕਾਂਗਰਸ ਦੇ ਨਾਲ ਰਹਿਣਾ ਚਾਹੁੰਦੀ ਹਾਂ। ਮੈਨੂੰ ਕੋਈ ਕਿਸੇ ਦੀ ਹਿੰਮਤ ਨਹੀਂ ਕਿ ਮੈਨੂੰ ਮੇਰੀ ਪਾਰਟੀ ਚੋਂ ਮੈਂ ਬਦਲ ਸਕਾਂ। ਜਿਵੇਂ ਕਈ ਲੋਕ ਬਦਲ ਜਾਂਦੇ ਆ ਭੱਜ ਕੇ, ਪਾਰਟੀਆਂ, ਤਾਕਤ ਨਹੀਂ ਮਿਲੀ, ਸੱਤਾ ਨਹੀਂ ਮਿਲੀ, ਉਹਦਾ ਨਹੀਂ ਮਿਲਿਆ, ਪਾਰਟੀ ਬਦਲ ਜਾਓ, ਜਿੱਤਣ ਦੀ ਆਸ ਨਹੀਂ, ਹਲਕਾ ਬਦਲ ਜਾਓ। ਤੇ ਇਸ ਤਰ੍ਹਾਂ ਦੀਆਂ ਗੱਲਾਂ ਇਹ ਲੋਕ ਜਿਹੜੇ ਕਰਦੇ ਨੇ, ਇਹੀ ਕਰ ਸਕਦੇ ਆ, ਪੱਠਲ ਨਹੀਂ। ਇੱਕ ਆਖਰੀ ਸਵਾਲ, ਮੌਜੂਦਾ ਜਿਹੜੇ ਕਾਂਗਰਸ ਹੈ ਉਹਦੇ ਜਿਹੜੇ ਪ੍ਰਮੁੱਖ ਲੀਡਰ ਨੇ ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ, ਨਵਜੋਤ ਸਿੱਧੂ, ਇੱਕ ਦੂਸਰੇ ਨੂੰ ਦੇਖ ਕੇ ਵੀ ਰਾਜੀ ਨਹੀਂ ਹੈਗੇ, ਇੱਕ ਦੂਸਰੇ ਨਾਲ ਗੱਲਬਾਤ ਵੀ ਨਹੀਂ ਹੁੰਦੀ। ਰੰਧਾਵਾ ਨੇ ਤਾਂ ਸਿੱਧਾ ਔਨ ਰਿਕਾਰਡ ਕਿਹਾ ਵੀ ਮੇਰੀ ਪ੍ਰਧਾਨ ਨਾਲ ਗੱਲ ਨਹੀਂ ਹੁੰਦੀ, ਨਾ ਉਹ ਮੇਰੇ ਨਾਲ ਕਰਨ, ਨਾ ਮੈਂ ਵੀ ਨਹੀਂ ਕੀਤੀ ਹੈਗੀ। ਤਾਂ ਇਸ ਹਾਲਾਤਾਂ 'ਚ ਕਾਂਗਰਸ ਦਾ ਆਉਣ ਵਾਲੀ ਚੋਣਾਂ 'ਚ ਕੀ ਬਣੂਗਾ? ਤਾਂ ਹੀ ਐਡਮਿਨਿਸਟ੍ਰੇਸ਼ਨ 'ਚ ਵੀ ਕਨਫਿਊਜ਼ਨ ਹੈ, ਤਾਂ ਹੀ ਇੰਨੀ ਵੱਡੀ ਗੱਲ ਪੀਐਮ ਵਾਲੀ ਸਿਕਿਉਰਿਟੀ ਲੈਬਸ ਵਾਲੀ ਵੀ ਗੱਲ ਪੈ ਗਈ।
ਦੇਖੋ ਇਹਦਾ ਨਾ ਜਿਹੜਾ ਇਹ ਤੁਸੀਂ ਸੈਕੰਡ ਪਾਰਟ ਸਾਡੀ ਵਿਦਨ ਪਾਰਟੀ ਦੀ ਗੱਲ ਕੀਤੀ ਹੈ, ਮੈਂ ਬਹੁਤ ਵਾਰੀ ਕਹੀ ਹੈ, ਪਰ ਮੈਂ ਤਲਕ ਨਹੀਂ ਰੱਖਦਾ ਅੱਜ ਦੇ ਇਸ ਇਸ਼ੂ ਦੇ ਨਾਲ, ਇਹਦਾ ਕੋਈ ਤਲਕ ਨਹੀਂ ਹੈਗਾ, ਇਹਦਾ ਵੱਖਰੀ ਗੱਲ ਕੀਤੀ ਜਾ ਸਕਦੀ ਹੈ। ਇਹ ਤੇ ਮੈਂ ਨਹੀਂ ਸਮਝਦੀ ਮੈਨੂੰ ਬੜਾ ਕੁਝ ਕਹਿਣਾ ਚਾਹੀਦਾ, ਲੇਕਿਨ ਮੈਂ ਬਹੁਤ ਵਾਰ ਕਹਿ ਚੁੱਕੀ ਹਾਂ ਕਿ ਸਾਡੇ ਨੌਜਵਾਨ ਸਾਰੇ ਵਧੀਆ ਅਗਰੈਸਿਵ ਨੇ, ਚੰਗੇ ਨੇ। ਡਿਫਰੈਂਸਸ ਆਫ ਓਪੀਨੀਅਨ ਹੋ ਜਾਂਦੀਆਂ, ਕਈ ਵਾਰੀ ਹੁੰਦੀਆਂ, ਜਿਉਂਦੀਆਂ ਜਾਗਦੀਆਂ ਪਾਰਟੀਆਂ 'ਚ ਹੁੰਦੀਆਂ, ਲੇਕਿਨ ਸਾਰੇ ਪਾਰਟੀ ਦੇ ਲਈ ਸਿੰਸੀਅਰ ਹੈ, ਬੈਸਟ ਐਫਰਟਸ ਕਰ ਰਹੇ ਨੇ, ਤੇ ਐਸੀ ਕੋਈ ਐਸੀ ਗੱਲ ਨਹੀਂ ਹੈਗੀ। ਤੇ ਅੱਜ ਮੈਂ ਨਹੀਂ ਸਮਝਦੀ ਕਿ ਇਸ ਮੁੱਦੇ ਦੇ ਨਾਲ ਮੈਂ ਆਪਣਾ ਇੱਕ ਆਪਦੀ ਵਿਦਨ ਪਾਰਟੀ ਦਾ ਮੁੱਦਾ ਦੇਵਾਂ। ਜਿੱਦਾਂ ਵੱਖਰੀ ਇਸ ਮੁੱਦੇ ਤੇ ਗੱਲ ਕਰਨੀ ਉਹ ਜ਼ਰੂਰ ਕਰਾਂਗੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਤਾਂ ਇਹ ਸੀਗੇ ਪੰਜਾਬ ਦੇ ਸਾਬਕਾ ਸੀਐਮ ਬੀਬੀ ਭੱਠਲ, ਜਿਨ੍ਹਾਂ ਨੇ ਸਿੱਧੇ ਤੌਰ ਤੇ ਤਿੱਖੇ ਹਮਲੇ ਕੀਤੇ ਹੈ ਢੀਂਡਸਾ ਤੇ ਕੈਪਟਨ ਅਮਰਿੰਦਰ ਸਿੰਘ, ਤੇ ਨਾਲ ਦੀ ਨਾਲ ਕੇਂਦਰ ਸਰਕਾਰ ਨੂੰ ਵੀ ਕਿਹਾ ਵੀ ਇਹ ਤਾਂ ਤੁਹਾਡੀ ਆਪਦੀ ਏਜੰਸੀਆਂ ਦੀ ਕਾਰਵਾਈ ਹੋਣੀ ਚਾਹੀਦੀ, ਉਹਨਾਂ ਨੂੰ ਪ੍ਰੋਪਰ ਰੈਕੀ ਕਰਨੀ ਚਾਹੀਦੀ, ਤੁਸੀਂ ਸਾਰਾ ਜਿਹੜਾ ਬਲੇਮ ਹੈ ਸਟੇਟ ਦੀ ਸਰਕਾਰ ਉੱਤੇ ਨਹੀਂ ਮੜ ਸਕਦੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਨੂੰ ਵੀ ਰੋਲ ਅਦਾ ਕਰਨਾ ਚਾਹੀਦਾ ਸੀ, ਦੱਸਣਾ ਚਾਹੀਦਾ ਸੀਗਾ ਵੀ ਇੱਥੇ ਦੇ ਹਾਲਾਤਾਂ ਬਾਰੇ, ਤੇ ਨਾਲ ਦੀ ਨਾਲ ਜਿਹੜੀ ਹੁਣ ਮੰਗ ਕੀਤੀ ਜਾ ਰਹੀ ਹੈ ਰਾਸ਼ਟਰਪਤੀ ਰਾਜ ਦੀ, ਉਹ ਬਿਲਕੁਲ ਵਾਜਬ ਨਹੀਂ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।